ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਜੁੜ ਬੈਠੇ ਬਹੁਤ ਹੀ ਮੁਅੱਜ਼ਿਜ਼ ਹਾਜ਼ਰੀਨ, ਉਸਤਾਦ ਔਰ ਤਾਲਿਬਾਨ ਸਾਹਿਬਾਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਨੋਖ ਸਿੰਘ ਹੁਣਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ। ਮੈਂ ਥੋੜਾ ਲੇਟ ਹੋ ਗਿਆ ਕਿਉਂਕਿ ਮੇਰਾ ਪਿੰਡ ਬਹੁਤ ਦੂਰ ਹੈ ਇੱਥੋਂ। ਦੇਰੀ ਦੇ ਵਾਸਤੇ ਖਿਮਾ ਦਾ ਜਾਚਕ ਹਾਂ। ਜਿੰਨਾ ਵਕਤ ਮਿਲਿਆ ਹੈ ਉਸ ਵਕਤ ਦੇ ਵਿੱਚ ਮੇਰੇ ਖਿਆਲ ਦੇ ਨਾਲ ਅਸੀਂ ਦੋ ਚੀਜ਼ਾਂ ਨੂੰ ਸਮਝਣ ਦਾ ਯਤਨ ਕਰੀਏ ਕਿ ਅਸੀਂ ਵਿਦਿਆ ਗ੍ਰਹਿਣ ਕਿਵੇਂ ਕਰਦੇ ਹਾਂ। ਵਿਦਿਆ ਗ੍ਰਹਿਣ ਕਰਨ ਦੇ ਵਾਸਤੇ ਸਾਡਾ ਆਧਾਰ ਕੀ ਹੈ, ਤੇ ਜੇ ਵਿਦਿਆ ਗ੍ਰਹਿਣ ਕਰਨ ਦੇ ਵਾਸਤੇ ਸਾਡਾ ਆਧਾਰ ਸ਼ਬਦ ਹੈ ਤਾਂ ਸ਼ਬਦ ਦੇ ਵਿੱਚ ਤਾਕਤ ਕਿਤਨੀ ਹੈ। ਸਭ ਤੋਂ ਪਹਿਲਾਂ ਤਾਂ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਮੂਲ ਰੂਪ ਵਿੱਚ ਸੰਸਕ੍ਰਿਤ ਦਾ ਸ਼ਬਦ ਵਿਦ, ਜਿਸ ਦਾ ਅਰਥ ਹੀ ਗਿਆਨ ਬਣਦਾ ਹੈ, ਕਿ ਅਸੀਂ ਗਿਆਨ ਦੀ ਪ੍ਰਾਪਤੀ ਕਰਨੀ ਹੈ। ਪਰ ਗਿਆਨ ਦੀ ਪ੍ਰਾਪਤੀ ਤੋਂ ਉਪਰੰਤ ਸਾਡਾ ਨਿਸ਼ਾਨਾ ਕੀ ਹੋਵੇ, ਜਾਂ ਫਿਰ ਗਿਆਨ ਕਿਵੇਂ ਲਿਆ ਜਾ ਸਕਦਾ ਹੈ। ਵਿਦਿਆ ਕੋਈ ਇੱਕ ਤਰ੍ਹਾਂ ਦੀ ਨਹੀਂ ਹੈ, ਬਹੁਤ ਤਰ੍ਹਾਂ ਦੀਆਂ ਵਿਦਿਆ ਹੁੰਦੀਆਂ ਨੇ। ਪਰ ਇਹ ਸਾਰੀ ਸ਼ਾਸਤਰ ਤੋਂ ਲੈ ਕੇ ਸ਼ਸਤਰ ਤੱਕ ਦੀ ਜਿੰਨੀ ਵੀ ਵਿਦਿਆ ਹੈ, ਇਹਦੇ ਵਿੱਚ ਬਹੁਤ ਸਾਰੀਆਂ ਸ਼੍ਰੇਣੀਆਂ ਆ ਜਾਂਦੀਆਂ ਨੇ। ਉਹਦੇ ਵਿੱਚ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਵਿਦਿਆ ਦਾ ਫਾਇਦਾ ਕਦੋਂ ਹੈ, ਕਦੋਂ ਅਸੀਂ ਮੰਨ ਸਕਦੇ ਹਾਂ ਕਿ ਅਸੀਂ ਪੜ੍ਹ ਲਿਖ ਗਏ ਹਾਂ, ਅਸੀਂ ਕੁਝ ਬਣ ਚੁੱਕੇ ਹਾਂ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੋ ਪੰਡਤ ਸੋ ਪੜ੍ਹਿਆ ਬੀਨਾ, ਜਿੰਨੀ ਕਮਾਣਾ ਨਾਉ, ਪਹਿਲਾਂ ਦੇ ਜੜ ਅੰਦਰ ਜੰਮੇ ਫਿਰ ਉੱਪਰ ਹੋਵੇ ਛਾਉ। ਵਿਦਿਆ ਗ੍ਰਹਿਣ ਕਰਨ ਤੋਂ ਬਾਅਦ ਜੇਕਰ ਸਾਡੇ ਅੰਦਰ ਗੁਣ ਪੈਦਾ ਨਹੀਂ ਹੁੰਦੇ ਤੇ ਫਿਰ ਮੇਰੇ ਖਿਆਲ ਦੇ ਨਾਲ ਅਸੀਂ ਵਕਤ ਤੇ ਬਰਬਾਦ ਕਰ ਰਹੇ ਹਾਂ। ਜੇਕਰ ਅੰਦਰ ਗੁਣ ਕੋਈ ਨਹੀਂ ਪੈਦਾ ਹੋ ਰਿਹਾ ਤੇ ਫਿਰ ਇਸ ਵਿਦਿਆ ਦਾ ਕੋਈ ਲਾਭ ਨਹੀਂ ਰਹਿ ਜਾਂਦਾ। ਜੇ ਸਾਡੀ ਜ਼ਿੰਦਗੀ ਦੇ ਵਿੱਚ ਨੈਤਿਕ ਤੌਰ ਦੇ ਉੱਪਰ ਸਮਾਜ ਦੇ ਵਿੱਚ ਵਿਚਰਨ ਦੇ ਵਾਸਤੇ ਸਾਡੇ ਜੀਵਨ ਦੇ ਵਿੱਚ ਕੁਝ ਤਬਦੀਲੀਆਂ ਨਾ ਆਉਣ ਤੇ। ਵਿਦਿਆ ਹੈ ਹੀ ਇਸੇ ਕਰਕੇ, ਗਿਆਨ ਹੈ ਹੀ ਇਸ ਕਰਕੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਤਬਦੀਲੀ ਆ ਸਕੇ। ਤੇ ਅਕਸਰ ਅਸੀਂ ਜਦੋਂ ਵਿਦਿਆ ਦੀ ਗੱਲ ਕਰਦੇ ਹਾਂ, ਮੇਰੇ ਖਿਆਲ ਦੇ ਨਾਲ ਜਿਹੜੇ 10ਵੀਂ ਕਲਾਸ ਤੋਂ ਉੱਪਰ ਬੱਚੇ ਨੇ, ਉਹਨਾਂ ਨੇ ਮਾਓ ਜ਼ੇਤੂੰਗ ਦਾ ਨਾਂ ਸੁਣਿਆ ਹੋਵੇਗਾ। ਜਦੋਂ ਅਸੀਂ ਪ੍ਰੇਰਕ ਕਹਾਣੀਆਂ ਦੀ ਗੱਲ ਕਰਦੇ ਹਾਂ, ਉਹ ਕਹਾਣੀਆਂ ਜਿਹੜੀਆਂ ਸਾਨੂੰ ਇਨਸਪਾਇਰ ਕਰਦੀਆਂ ਨੇ, ਤਾਂ ਉਹਦੇ ਵਿੱਚ ਉਸਦੀ ਇੱਕ ਘਟਨਾ ਬੜੀ ਅਹਿਮ ਹੈ। ਬੜਾ ਚੰਗਾ ਵਿਦਵਾਨ ਸੀ, ਮਾਂ ਬਿਮਾਰ ਹੋ ਗਈ ਤੇ ਮਾਂ ਨੂੰ ਇੰਝ ਲੱਗਾ ਕਿ ਬਸ ਇਸ ਵਾਰੀ ਬਿਮਾਰੀ ਤੋਂ ਬਾਅਦ ਮੈਂ ਉੱਠ ਨਹੀਂ ਸਕਾਂਗੀ, ਮੈਂ ਸੰਸਾਰ ਤੋਂ ਚਲੀ ਜਾਵਾਂਗੀ। ਪੁੱਤਰ ਨੂੰ ਕੋਲ ਬਿਠਾਇਆ ਤੇ ਬਿਠਾ ਕੇ ਕਹਿੰਦੀ ਹੈ ਕਿ ਮੈਂ ਤੇਰੇ ਤੋਂ ਜ਼ਿੰਦਗੀ ਭਰ ਕੁਝ ਜ਼ਿਆਦਾ ਨਹੀਂ ਮੰਗਿਆ, ਪਰ ਮੇਰੀ ਮਰਨ ਦੇ ਸਮੇਂ ਇੱਕ ਇੱਛਾ ਹੈ, ਉਸ ਨੂੰ ਜ਼ਰੂਰ ਪੂਰਾ ਕਰੀ। ਉਸਨੇ ਸਵਾਲ ਕੀਤਾ, ਇੱਛਾ ਕੀ ਹੈ? ਮਾਂ ਨੇ ਕਿਹਾ ਕਿ ਇੱਛਾ ਹੈ ਮੇਰੀ ਕਿ ਮੈਂ ਘਰ ਦੇ ਵਿੱਚ ਇੱਕ ਬੜੀ ਸੁੰਦਰ ਬਗੀਚੀ, ਫੁੱਲਾਂ ਦਾ ਬਾਗ ਲਗਾਇਆ ਹੈ। ਬੜੇ ਲੋਕ ਦੂਰੋਂ ਦੂਰੋਂ ਆ ਕੇ ਵੇਖਦੇ ਸੀ। ਕਹਿੰਦੀ ਮੈਂ ਇਹਨਾਂ ਫੁੱਲਾਂ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਇਕੱਲੇ ਇਕੱਲੇ ਫੁੱਲ ਨੂੰ ਰੁਮਾਲ ਦੇ ਨਾਲ ਸਾਫ਼ ਕਰਦੀ ਹਾਂ, ਪੱਤੇ ਦੇ ਨਾਲ ਸਾਫ਼ ਕਰਦੀ ਹਾਂ ਕਿ ਕਿਤੇ ਫੁੱਲ ਦੇ ਉੱਪਰ ਧੂਲ ਵੀ ਨਾ, ਮਿੱਟੀ ਦਾ ਕਣ ਵੀ ਨਾ ਪਿਆ ਹੋਵੇ। ਤੇ ਮੈਂ ਤੈਨੂੰ ਵੀ ਇਹੀ ਕਹਿੰਦੀ ਹਾਂ ਕਿ ਹੁਣ ਮੈਂ ਆਪਣੇ ਬਾਗ ਦੀ ਸੰਭਾਲ ਕਰਨ ਦੇ ਅਸਮਰੱਥ ਹਾਂ ਤੇ ਮੇਰੇ ਤੋਂ ਬਾਅਦ ਤੂੰ ਬਾਗ ਦੀ ਸੰਭਾਲ ਕਰੀ। ਮਾਂ ਬਿਸਤਰ ਦੇ ਉੱਪਰ, ਪੁੱਤਰ ਨੇ ਬਾਗ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ। ਰੋਜ਼ ਜਿਹੜੇ ਸ਼ਬਦ ਜਿੰਨੇ ਕੁ ਮਾਂ ਨੇ ਕਹੇ ਸੀ
ਪੱਤਿਆਂ ਨੂੰ ਸਾਫ਼ ਕਰਦਾ ਹੈ, ਫੁੱਲਾਂ ਨੂੰ ਸਾਫ਼ ਕਰਦਾ ਹੈ। ਕੁਝ ਦਿਨ ਬੀਤ ਗਏ, ਨਵੇਂ ਫੁੱਲ ਨਹੀਂ ਆਏ, ਨਵੇਂ ਪੱਤੇ ਨਹੀਂ ਆਏ। ਕੁਦਰਤਨ ਮਾਂ ਵੀ ਠੀਕ ਹੋ ਗਈ, ਨਹੀਂ ਮੌਤ ਹੋਈ ਉਸਦੀ। ਇੱਕ ਦਿਨ ਉੱਠ ਕੇ ਬਗੀਚੇ ਦੇ ਵਿੱਚ ਗਈ ਤੇ ਜਦੋਂ ਜਾ ਕੇ ਬਾਗ ਦੇ ਵਿੱਚ ਵੇਖਿਆ ਸਾਰੇ ਫੁੱਲ ਬਰਬਾਦ ਨੇ, ਸੁੱਕੇ ਪਏ ਨੇ। ਪੁੱਤ ਨੂੰ ਬੁਲਾਇਆ ਕਿ ਬੇਟਾ ਮੈਂ ਤੇ ਤੈਨੂੰ ਕਿਹਾ ਇਹੀ ਸੀ ਕਿ ਇਹਨਾਂ ਫੁੱਲਾਂ ਦੀ ਸੰਭਾਲ ਕਰਨੀ ਹੈ, ਬਾਗ ਸਾਰਾ ਵੀਰਾਨ ਹੈ। ਪੁੱਤਰ ਦਾ ਜਵਾਬ, ਮਾਂ ਮੈਂ ਤੇਰੇ ਵਾਂਗ ਇਸ ਰੁਮਾਲ ਦੇ ਨਾਲ ਕੱਲੇ ਕੱਲੇ ਪੱਤੇ ਨੂੰ ਸਾਫ਼ ਕੀਤਾ, ਮੈਂ ਕੱਲੇ ਕੱਲੇ ਫੁੱਲ ਨੂੰ ਸਾਫ਼ ਕੀਤਾ। ਤੇ ਉਸਨੇ ਕਿਹਾ ਕਿ ਫੁੱਲਾਂ ਦਾ ਸਾਫ਼ ਹੋਣਾ, ਧੂੜ ਤੋਂ ਮੁਕਤ ਹੋਣਾ, ਵੇਖਣ ਨੂੰ ਸੋਹਣੇ ਲੱਗਣਾ, ਇਹ ਤਾਂ ਇਹਨਾਂ ਦਾ ਬਾਹਰੀ ਰੂਪ ਹੈ। ਇਹਨਾਂ ਦਾ ਅੰਦਰੋਂ ਰੂਪ ਤਾਂ ਉਦੋਂ ਪੈਦਾ ਹੋਣਾ ਸੀ ਜਦੋਂ ਪਾਣੀ ਪਾਉਣਾ ਸੀ, ਉਹ ਤੇ ਤੂੰ ਭੁੱਲ ਹੀ ਗਿਆ। ਦਰਅਸਲ ਸੋਹਣੀ ਯੂਨੀਫਾਰਮ ਪਾਉਣੀ, ਚੰਗੇ ਸਕੂਲ ਦੇ ਵਿੱਚ ਆਉਣਾ, ਇਹ ਸਭ ਕੁਝ ਗ੍ਰਹਿਣ ਕਰਨਾ ਇੱਕ ਸਾਡਾ ਬਾਹਰੀ ਸੋਹਣਾਪਨ ਹੈ। ਅੰਦਰੋਂ ਸੋਹਣਾਪਨ ਸਾਡੀ ਜ਼ਿੰਦਗੀ ਦੇ ਵਿੱਚ ਉਦੋਂ ਆਵੇਗਾ ਜਦੋਂ ਅਸੀਂ ਆਪਣੇ ਉਸਤਾਦ ਸਾਹਿਬਾਨ ਦੀ ਗੱਲ ਮੰਨ ਕੇ ਜਿੰਨੀ ਕਮਾਣਾ ਨਾਓ, ਪਹਿਲਾਂ ਦੇ ਜੜ ਅੰਦਰ ਜੰਮੇ। ਜਦੋਂ ਅਸੀਂ ਜੜ ਤੋਂ ਮਜ਼ਬੂਤ ਹੋਵਾਂਗੇ, ਵਿਦਿਆ ਨੂੰ ਗ੍ਰਹਿਣ ਕਰਾਂਗੇ, ਫਿਰ ਉੱਪਰ ਹੋਵੇ ਛਾਉ, ਫਿਰ ਸੰਸਾਰ ਦੇ ਵਿੱਚ ਸਾਡੇ ਅੰਦਰ ਉਹ ਗੁਣ ਜਿਹੜੇ ਨੇ ਪੈਦਾ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਜ਼ਿੰਦਗੀ 'ਚ ਨੈਤਿਕਤਾ, ਚੰਗਾ ਜੀਵਨ ਦੇ ਗੁਣ ਜਿਹੜੇ ਨੇ ਉਹ ਪੈਦਾ ਹੋ ਸਕਦੇ ਨੇ। ਤੇ ਸ਼ਬਦ ਦੇ ਵਿੱਚ ਤਾਕਤ ਵੀ ਐਸੀ ਹੈ ਤੇ ਨਿਮਰਤਾ ਵੀ ਐਸੀ ਹੈ। ਨਿਮਰਤਾ ਵੀ ਬਹੁਤ ਹੈ। ਤੀਸਰੇ ਪਾਤਸ਼ਾਹ ਦਾ ਨਾਮ ਜਾਣਦੇ ਹੋ ਤੁਸੀਂ ਜੀ? ਕੀ ਨਾਮ ਸੀ ਤੀਸਰੇ ਪਾਤਸ਼ਾਹ ਦਾ? ਤੀਸਰੇ ਪਾਤਸ਼ਾਹ ਦਾ ਨਾਮ ਕੀ ਸੀ ਸਾਡਿਆਂ ਦਾ ਜੀ? ਗੁਰੂ ਅਮਰਦਾਸ ਜੀ। ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਹੈ ਤੇ ਦੂਸਰੇ ਪਾਤਸ਼ਾਹ ਦੇ ਪੁੱਤਰ ਨੇ ਈਰਖਾ ਕੀਤੀ, ਮੈਂ ਦੂਜੇ ਗੁਰੂ ਦਾ ਪੁੱਤਰ ਤੇ ਗੁਰਤਾ ਗੱਦੀ ਕਿਸੇ ਹੋਰ ਨੂੰ ਕਿਉਂ ਦੇ ਦਿੱਤੀ ਹੈ? ਗੁੱਸੇ ਦੇ ਵਿੱਚ ਆਇਆ, ਤੈਸ਼ ਦੇ ਵਿੱਚ ਆਇਆ, ਮਨ ਦੇ ਵਿੱਚ ਈਰਖਾ ਸੀ, ਗਿਆਨ ਨਹੀਂ ਸੀ। ਆ ਕੇ ਗੁਰੂ ਸਾਹਿਬ ਨੂੰ ਲੱਤ ਮਾਰ ਦਿੱਤੀ। ਜਦੋਂ ਗੁਰੂ ਸਾਹਿਬ ਦੇ ਲੱਤ ਮਾਰੀ ਤੇ ਗੁਰੂ ਸਾਹਿਬ ਨੇ ਅੱਗੋਂ ਪੈਰ ਫੜ ਲਿਆ ਤੇ ਜਿਹੜੇ ਸ਼ਬਦ ਕਹੇ ਨੇ ਬੜੇ ਅਹਿਮ ਨੇ। ਦੂਸਰੇ ਪਾਤਸ਼ਾਹ ਕਹਿੰਦੇ ਨੇ, ਇੱਕ ਤੋਂ ਬਾਇਤੇ ਬਿਰਧ ਪਏ ਹੈ, ਦੁਤੀਆ ਸੇਵਾ ਕਰਤ ਰਹੇ ਹੈ, ਤਿਤੀਆ ਸਰੀਰ ਅਧਿਕ ਕਠੋਰਾ, ਤੁਮਰੇ ਚਰਨ ਮਿਰਦਲ ਸੰਗ ਮੋਰਾ। ਬੇਟਾ ਪੈਰ ਨੂੰ ਕਿਤੇ ਸੱਟ ਤੇ ਨਹੀਂ ਲੱਗੀ? ਇੱਕ ਤਾਂ ਮੇਰੀ ਉਮਰ ਬੜੀ ਬਜ਼ੁਰਗ ਹੈ, ਇੱਕ ਮੈਂ ਸਾਰੀ ਉਮਰ ਕਠਿਨ ਸੇਵਾ ਕੀਤੀ ਹੈ। ਉਸ ਕਠਿਨ ਸੇਵਾ ਤੇ ਬਜ਼ੁਰਗੀ ਦੀ ਹਾਲਾਤ ਕਰਕੇ ਤਿਤੀਆ ਸਰੀਰ ਅਧਿਕ ਕਠੋਰਾ, ਮੇਰਾ ਸਰੀਰ ਹੱਡੀਆਂ ਬੜੀਆਂ ਸਖਤ ਹੋ ਚੁੱਕੀਆਂ ਨੇ, ਤੇਰੇ ਜਿਹੜੇ ਪੈਰ ਨੇ ਬੜੇ ਕੋਮਲ ਨੇ, ਤੂੰ ਮੈਨੂੰ ਸੱਟ ਮਾਰੀ ਹੈ, ਲੱਤ ਮਾਰੀ ਹੈ, ਕਿਤੇ ਤੇਰੇ ਪੈਰ ਨੂੰ ਚੋਟ ਤਾਂ ਨਹੀਂ ਲੱਗੀ? ਕਿੰਨੀ ਜ਼ਿਆਦਾ ਨਿਮਰਤਾ ਹੈ ਕਿ ਲੱਤ ਮਾਰੀ ਹੈ ਤੇ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ, ਬੇਟਾ ਮੇਰੀਆਂ ਸਖਤ ਹੱਡੀਆਂ ਦੇ ਨਾਲ ਤੇਰੇ ਚਰਨਾਂ ਨੂੰ ਕਿਤੇ ਸੱਟ ਨਹੀਂ ਲੱਗੀ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇੰਨੀ ਨਿਮਰਤਾ ਸੀ ਤੇ ਉਹਨਾਂ ਦੇ ਅੰਦਰ ਜ਼ੁਰਤ ਤੇ ਦ੍ਰਿੜਤਾ ਖਤਮ ਹੋ ਗਈ ਸੀ। ਇਵੇਂ ਦੀ ਵੀ ਗੱਲ ਨਹੀਂ ਹੈ। ਇੱਕ ਮੈਂ ਤੁਹਾਡੇ ਨਾਲ ਟਰਮ ਸਾਂਝੀ ਕਰਦਾ ਹਾਂ, ਚੁਕਾਵਾ। ਇਹ ਇੱਕ ਅਧਿਕਾਰ ਹੁੰਦਾ ਸੀ ਜਿਹੜਾ ਮਨਸਬਦਾਰਾਂ ਦੇ ਕੋਲ ਹੁੰਦਾ ਸੀ। 1653 ਦੇ ਵਿੱਚ ਇਹ ਅਧਿਕਾਰ ਜਿਹੜਾ ਹੈ ਉਹ ਅਕਬਰ ਨੇ ਬੀਰਬਲ ਨੂੰ ਦੇ ਦਿੱਤਾ। ਉਸਨੇ ਬੀਰਬਲ ਦੇ ਕੋਲੋਂ ਕੋਈ ਕਿਸੇ ਸਵਾਲ ਦਾ ਜਵਾਬ ਪੁੱਛਿਆ। ਤੁਸੀਂ ਅਕਬਰ ਤੇ ਬੀਰਬਲ ਦੀਆਂ ਕਹਾਣੀਆਂ ਤਾਂ ਬਹੁਤ ਪੜ੍ਹੀਆਂ ਹੋਣਗੀਆਂ, ਸੁਣੀਆਂ ਹੋਣਗੀਆਂ ਕਿ ਉਸ ਨੂੰ ਸਵਾਲ ਕੀਤੇ ਜਾਂਦੇ ਸੀ, ਉਹ ਅਕਬਰ ਨੂੰ ਜਵਾਬ ਦੇ ਦਿੰਦਾ ਸੀ ਔਰ ਉਹਦੇ ਇਵਜ਼ ਦੇ ਵਿੱਚ ਅਕਬਰ ਉਸ ਨੂੰ ਕੁਛ ਨਾ ਕੁਛ ਦਿੰਦਾ ਸੀ। ਇੱਕ ਸਵਾਲ ਦੇ ਜਵਾਬ ਦੇ ਵਿੱਚ ਅਕਬਰ ਬੜਾ ਪ੍ਰਸੰਨ ਹੋਇਆ ਤੇ ਅਕਬਰ ਕਹਿੰਦਾ, ਦੱਸ ਤੂੰ ਕੀ ਮੰਗਦਾ ਹੈ? ਤੂੰ ਜੋ ਮੰਗੇ ਮੈਂ ਦੇਣ ਵਾਸਤੇ ਤਿਆਰ ਹਾਂ। ਤੇ ਉਸਨੇ ਪਤਾ ਕੀ ਕਿਹਾ? ਉਸਨੇ ਕਿਹਾ ਕਿ ਮੈਨੂੰ ਮਨਸਬਦਾਰੀ ਦੇ ਵਿੱਚ ਜਿਹੜਾ ਮੈਂ ਤੁਹਾਡਾ ਫੌਜੀ ਜਰਨੈਲ ਹਾਂ, ਇਸ ਦੇ ਨਾਲ ਨਾਲ ਮੈਨੂੰ ਚੁਕਾਵੇ ਦਾ ਅਧਿਕਾਰ ਦੇ ਦਿਓ। ਚੁਕਾਵੇ ਦਾ ਅਧਿਕਾਰ ਇਹ ਹੁੰਦਾ ਸੀ ਕਿ ਬਹੁਤ ਵੱਡੀ ਰਕਮ ਜਿਹੜੀ ਹੈ ਉਹਦਾ ਮਾਲਕ ਬਣ ਜਾਂਦਾ ਸੀ ਬੰਦਾ। ਕਿਸੇ ਸਮੇਂ ਇਹ 1850 ਤੱਕ ਜਿਹੜਾ ਇਹ ਅਧਿਕਾਰ ਹੈ ਇਹ ਭੱਟ ਬਰਾਦਰੀ ਦੇ ਕੋਲ ਰਿਹਾ। ਉਹਦੇ ਤੋਂ ਪਹਿਲਾਂ ਮਨਸਬਦਾਰਾਂ ਦੇ ਕੋਲ ਹੁੰਦਾ ਸੀ।
ਜੇਕਰ ਅਸੀਂ ਹੋਰ ਪਿੱਛੇ ਚਲੇ ਜਾਈਏ ਤਾਂ ਕਿਸੇ ਸਮੇਂ ਵਣਜਾਰਿਆਂ ਦੇ ਜਿਹੜੇ ਕਬੀਲਿਆਂ ਦੇ ਨਾਇਕ ਹੁੰਦੇ ਸੀ ਉਹਨਾਂ ਦੇ ਕੋਲ ਵੀ ਇਹ ਅਧਿਕਾਰ ਰਿਹਾ। ਇਹ ਚੁਕਾਵੇ ਦਾ ਅਧਿਕਾਰ ਸੀ ਵੀ ਕਿਸੇ ਵੀ ਅਮੀਰ ਘਰ ਦੇ ਵਿੱਚ ਕੋਈ ਵਿਆਹ ਹੋਵੇ ਤੇ ਵਿਆਹ ਦੀ ਖੁਸ਼ੀ ਦੇ ਵਜੋਂ 5 ਰੁਪਏ ਲੈਣੇ। ਇਸ ਦੇਸ਼ ਦੇ ਵਿੱਚ ਕਿੰਨੇ ਵਿਆਹ ਹੁੰਦੇ ਹੋਣਗੇ ਤੇ ਹਰ ਵਿਆਹ ਵਾਲੇ ਘਰ ਦੇ ਵਿੱਚੋਂ 5 ਰੁਪਏ ਅਗਰਾਉਣੇ, ਇਸ ਨੂੰ ਕਿਹਾ ਜਾਂਦਾ ਸੀ ਚੁਕਾਵੇ ਦਾ ਅਧਿਕਾਰ। ਤੇ 1566 ਦੇ ਵਿੱਚ ਅਕਬਰ ਜਿਹੜਾ ਹੈ ਪੰਜਾਬ ਵੱਲ ਆਇਆ, ਬਲੋਚਿਸਤਾਨ ਨੂੰ ਜਾ ਰਿਹਾ ਸੀ ਯੂਸਫ ਜਈ ਪਠਾਣਾ ਦੀ ਇੱਕ ਬਗਾਵਤ ਨੂੰ ਦਬਾਉਣ ਦੇ ਵਾਸਤੇ। ਗੋਇੰਦਵਾਲ ਸਾਹਿਬ ਆ ਗਿਆ। ਹਾਲਾਂਕਿ ਉਦੋਂ ਗੁਰੂ ਸਾਹਿਬ ਦੀ ਬੇਟੀ ਦਾ ਆਨੰਦ ਕਾਰਜ ਬੜਾ ਸਮਾਂ ਵਿਆਹ ਪਹਿਲਾ ਸਮਾਂ ਹੋ ਚੁੱਕਾ ਸੀ, ਪਰ ਫਿਰ ਵੀ ਉਹ ਟੌਰ ਦੇ ਨਾਲ ਚੁਕਾਵੇ ਦੀ ਰਸਮ ਲੈਣ ਤੀਸਰੇ ਪਾਤਸ਼ਾਹ ਦੇ ਕੋਲ ਆ ਗਿਆ। ਤੇ ਤੀਸਰੇ ਪਾਤਸ਼ਾਹ ਨੇ ਜਦੋਂ ਆ ਕੇ ਕਹਿੰਦਾ ਨਾ ਕਿ ਤੁਸੀਂ ਚੁਕਾਵੇ ਦੀ ਰਸਮ 5 ਮੋਹਰਾਂ ਅਦਾ ਕਰੋ, ਤੇ ਪਾਤਸ਼ਾਹ ਨੇ ਪਤਾ ਕੀ ਕਿਹਾ ਕਿ ਇਹ ਗੁਰੂ ਨਾਨਕ ਦੀ ਗੱਦੀ ਹੈ, ਇੱਥੇ ਨਿਮਰਤਾ ਸਹਿਤ ਤਾਂ ਤੁਸੀਂ ਆਪਣੀ ਸਾਰੀ ਫੌਜ ਸਮੇਤ ਲੰਗਰ ਵੀ ਛਕ ਸਕਦੇ ਹੋ, ਪਰ ਜੇ ਤੁਸੀਂ ਧੱਕੇ ਦੇ ਨਾਲ ਟੈਕਸ ਲੈਣ ਦੀ, ਖਰਾਜ ਲੈਣ ਦੀ ਗੱਲ ਕਰਦੇ ਹੋ ਤਾਂ ਉਹ ਅਸੀਂ ਕਿਸੇ ਨੂੰ ਨਹੀਂ ਦੇਵਾਂਗੇ, ਗੁਰੂ ਸਾਹਿਬ ਨੇ ਨਹੀਂ ਦਿੱਤਾ। ਇਹ ਕਿਸ ਚੀਜ਼ ਦੀ ਤਾਕਤ ਸੀ? ਨਿਮਰਤਾ ਵੀ ਔਰ ਦ੍ਰਿੜਤਾ ਵੀ, ਦਲੇਰੀ ਵੀ। ਇੰਨੀ ਵੱਡੀ ਉਮਰ ਦੇ ਵਿੱਚ ਇਹ ਜਿਹੜੀ ਸਿਰੀ ਤਾਕਤ ਸੀ, ਇਹ ਕਿਸ ਤੋਂ ਆਈ? ਇਹ ਸ਼ਬਦ ਦੇ ਵਿੱਚੋਂ ਆਈ, ਇਹ ਨਾਮ ਦੇ ਵਿੱਚੋਂ ਆਈ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਸੋ ਪੰਡਿਤ ਸੋ ਪੜਿਆ ਬੀਨਾ, ਜਿੰਨੀ ਕਮਾਣਾ ਨਾਓ, ਪਹਿਲਾਂ ਦੇ ਜੜ ਅੰਦਰ ਜੰਮੇ ਫਿਰ ਉੱਪਰ ਹੋਵੇ ਛਾਉ। ਜ਼ਿੰਦਗੀ ਦੇ ਵਿੱਚ ਇਹ ਚੰਗੇ ਗੁਣ, ਸ਼ੁਭ ਗੁਣ, ਚਾਹੇ ਉਹ ਨਿਮਰਤਾ ਹੈ, ਚਾਹੇ ਦ੍ਰਿੜਤਾ ਹੈ, ਚਾਹੇ ਉਤਸ਼ਾਹ ਹੈ, ਚਾਹੇ ਮਾਨਸਿਕ ਤੌਰ ਤੇ ਰੌਸ਼ਨ ਦਿਮਾਗ ਹੋਣਾ ਹੈ, ਜੇਕਰ ਵਿਦਿਅਕ ਖੇਤਰ ਦੇ ਵਿੱਚ ਪੜ੍ਹਦੇ ਹਾਂ ਸਾਡੀ ਮਾਨਸਿਕਤਾ ਦੇ ਵਿੱਚ ਇਹ ਗੁਣ ਗ੍ਰਹਿਣ ਨਹੀਂ ਹੁੰਦੇ ਤਾਂ ਫਿਰ ਮੇਰੇ ਖਿਆਲ ਦੇ ਨਾਲ ਅਸੀਂ ਵਕਤ ਬਰਬਾਦ ਕਰ ਰਹੇ ਹਾਂ। ਕਿਉਂਕਿ ਜਿਹੜੇ ਸ਼ਬਦ ਨੇ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤਾਕਤ ਰੱਖਦੇ ਨੇ। ਸ਼ਬਦ ਵੀ ਇੱਕ ਤਲਵਾਰ ਹੈ, ਬਸ਼ਰਤੇ ਤੁਸੀਂ ਇਹਦੀ ਵਰਤੋਂ ਕਿਵੇਂ ਕਰ ਸਕਦੇ ਹੋ। ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ। ਤੁਹਾਡੇ ਲਾਗੇ ਇੱਕ ਸ਼ਹਿਰ ਹੈ ਫਰੀਦ ਸਾਹਿਬ ਦੇ ਨਾਮ ਦੇ ਉੱਪਰ। ਕਿਹੜਾ ਜੀ? ਬਾਬਾ ਫਰੀਦ ਜੀ ਦੇ ਨਾਮ ਦੇ ਉੱਪਰ ਫਰੀਦਕੋਟ। ਜਿਹੜੇ ਫਰੀਦ ਸਾਹਿਬ ਨੇ, ਜਿੱਥੇ ਇਹਨਾਂ ਨੂੰ ਰੋਜ਼ਾ ਨਸ਼ੀਨੀ ਮਿਲੀ ਹੈ, ਜਦੋਂ ਇਹ ਆਪਣੇ ਜਿਹੜਾ ਇਹਨਾਂ ਦਾ ਮੁਰਸ਼ਿਦ ਸੀ ਉਹਦੀ ਗੱਦੀ ਦੇ ਵਾਰਿਸ ਬਣੇ ਨੇ, ਉਹ ਅਸਥਾਨ ਪਾਕਿਸਤਾਨ ਦੇ ਵਿੱਚ ਹੈ, ਪਾਕਪਟਨ। ਵੈਸੇ ਦਰਅਸਲ ਨਾਂ ਪਾਕ ਪੱਤਣ ਹੈ ਕਿ ਪਵਿੱਤਰ ਨਦੀ ਦਾ ਕਿਨਾਰਾ। ਅੰਗਰੇਜ਼ਾਂ ਨੇ ਪਟਨ ਸ਼ਬਦ ਵਰਤਿਆ ਤੇ ਅਸੀਂ ਵੀ ਉਸੇ ਤਰ੍ਹਾਂ ਪਟਨ ਸ਼ਬਦ ਹੀ ਉਚਾਰਨ ਕਰਦੇ ਹਾਂ, ਪਰ ਜੇਕਰ ਅਸੀਂ ਉਹਨਾਂ ਇਲਾਕਿਆਂ ਦੇ ਉਰਦੂ ਦੇ ਸਰੋਤਾਂ ਦੀ ਘੋਖ ਕਰੀਏ ਤੇ ਸ਼ਬਦ ਪਾਕ ਪੱਤਣ ਹੀ ਆਉਂਦਾ ਹੈ, ਪਟਨ ਨਹੀਂ ਆਉਂਦਾ। ਅਕਸਰ ਅਸੀਂ ਪਾਕ ਪਟਨ ਬੋਲ ਦਿੰਦੇ ਹਾਂ। ਪੱਤਣ ਹੁੰਦਾ ਹੈ ਦਰਿਆ ਦਾ ਕਿਨਾਰਾ। ਗੁਰੂ ਨਾਨਕ ਸਾਹਿਬ ਉਸ ਇਲਾਕੇ ਦੇ ਵਿੱਚ ਨੇ। ਗੁਰੂ ਨਾਨਕ ਸਾਹਿਬ ਦੇ ਨਾਲ ਮਰਦਾਨਾ ਜੀ, ਮਰਦਾਨਾ ਜੀ ਨੇ ਰਬਾਬ ਵਜਾਈ ਤੇ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਪੜਿਆ। ਉਹ ਸ਼ਬਦ ਸੀ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਇਹ ਤੌਹੀਦ ਦੀ ਗੱਲ ਸੀ ਕਿ ਰੱਬ ਇੱਕ ਹੈ, ਇੱਕ ਤੋਂ ਬਿਨਾਂ ਅਸੀਂ ਹੋਰ ਕਿਸੇ ਨੂੰ ਨਹੀਂ ਮੰਨਣਾ। ਜਦੋਂ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਿਆ, ਮਰਦਾਨਾ ਜੀ ਨੇ ਰਬਾਬ ਵਜਾਈ ਤੇ ਇੱਕ ਵਿਅਕਤੀ ਦੇ ਕੰਨਾਂ ਦੇ ਵਿੱਚ ਪਿਆ। ਇਹ ਵਿਅਕਤੀ ਜਿਹੜਾ ਹੈ, ਇਸ ਦਾ ਨਾਮ ਕਮਾਲੂਦੀਨ ਸੀ ਔਰ ਇਹ ਸ਼ੇਖ ਇਬਰਾਹੀਮ ਦਾ ਮੁਰੀਦ ਸੀ, ਚੇਲਾ ਸੀ, ਜੰਗਲ ਦੇ ਵਿੱਚ ਲੱਕੜੀਆਂ ਇਕੱਠੀਆਂ ਕਰ ਰਿਹਾ ਸੀ। ਇਹ ਬੜਾ ਪ੍ਰਸੰਨ ਹੋਇਆ, ਬੜੀ ਚੰਗੀ ਲੱਗੀ ਕਲਾਮ, ਤੇ ਜਾ ਕੇ ਜਿਸ ਜਗ੍ਹਾ ਤੇ ਉੱਪਰ ਗੁਰੂ ਸਾਹਿਬ ਬੈਠੇ ਨੇ ਉੱਥੇ ਚਲਾ ਗਿਆ ਤੇ ਜਾ ਕੇ ਪਤਾ ਕੀ ਕਿਹਾ? ਸਾਡੀ ਪੁਰਾਤਨ ਜਨਮ ਸਾਖੀ ਦੇ ਸ਼ਬਦ ਨੇ, ਬਾਬਾ ਉਹੀ ਬੈਤ ਦੁਬਾਰਾ ਸੁਣਾ। ਬੈਤ ਦਾ ਭਾਵ ਜੋ ਤੁਸੀਂ ਗਾਇਆ ਸੀ, ਬੈਤ ਕਾਵ ਰਚਨਾ ਹੈ। ਉੱਥੇ ਸ਼ਬਦ ਨਾ ਸਲੋਕ ਹੈ ਨਾ ਪੌੜੀ ਹੈ। ਜੋ ਉਸਨੇ ਕਿਹਾ, ਉਸਨੇ ਹੀ ਕਿਹਾ ਕਿ ਬਾਬਾ ਉਹੀ ਬੈਤ ਦੁਬਾਰਾ ਸੁਣਾ, ਜੋ ਤੂੰ ਪਹਿਲਾਂ ਸੁਣਾਇਆ ਸੀ ਉਹ ਦੁਬਾਰਾ ਸੁਣਾ। ਹੁਣ ਤੁਸੀਂ ਵੇਖਿਓ ਕਿ ਜੇ ਦਿਮਾਗ ਦੇ ਨਾਲ, ਧਿਆਨ ਦੇ ਨਾਲ ਅਸੀਂ ਵੀ ਉਨੀ ਕੰਸਨਟ੍ਰੇਸ਼ਨ ਦੇ ਨਾਲ ਵਿਦਿਆ ਵੱਲ ਧਿਆਨ ਦਈਏ ਤੇ ਅਸੀਂ ਸਭ ਕੁਝ ਸਿੱਖ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਉਹ ਸ਼ਬਦ ਦੁਬਾਰਾ ਨਹੀਂ ਪੜਿਆ। ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਮਰਦਾਨਿਆ, ਤੂੰ ਸੁਣਿਆ ਤੇ ਤੂੰ ਰਬਾਬ ਵਜਾਈ ਸੀ, ਹੁਣ ਤੂੰ ਸੁਣਾ।
ਇਸ ਦਾ ਮਤਲਬ ਹੈ ਜਦੋਂ ਗੁਰੂ ਨਾਨਕ ਸਾਹਿਬ ਪਾਵਨ ਧੁਰ ਕੀ ਬਾਣੀ ਨੂੰ ਉਚਾਰਦੇ ਸੀ, ਮਰਦਾਨਾ ਕਿੰਨਾ ਧਿਆਨ ਦੇ ਨਾਲ ਸੁਣਦਾ ਹੋਵੇਗਾ। ਕਈ ਵਾਰੀ ਹੁੰਦਾ ਨਾ ਸਾਡਾ ਮਨ ਵੀ ਇੰਝ ਹੀ ਹੁੰਦਾ ਨਾ ਕਿ ਅਸੀਂ ਬੈਠੇ ਇੱਥੇ ਆ, ਮਨ ਕਿਤੇ ਹੋਰ ਹੈ, ਸਾਡਾ ਮਨ ਇੱਥੇ ਨਹੀਂ ਹੁੰਦਾ। ਕਲਾਸ ਦੇ ਵਿੱਚ ਵੀ ਇੰਝ ਹੀ ਹੁੰਦਾ ਹੈ। ਅਸੀਂ ਕਿਉਂ ਨਹੀਂ ਸਿੱਖ ਪਾਉਂਦੇ ਕਿ ਕਲਾਸ ਦੇ ਵਿੱਚ ਕੁਛ? ਕਿਉਂਕਿ ਅਸੀਂ ਸਰੀਰ ਕਰਕੇ ਹਾਜ਼ਰ ਹੁੰਦੇ। ਟੀਚਰ ਆਉਂਦਾ ਹੈ, ਬੱਚੇ ਦਾ ਨਾਮ ਲੈਂਦਾ, ਰੋਲ ਨੰਬਰ ਇੰਨਾ, ਪ੍ਰੈਜ਼ੈਂਟ ਸਰ, ਹਾਜ਼ਰ ਹਾਂ, ਇਹੀ ਕਹਿੰਦੇ ਨਾ। ਹਾਜ਼ਰ ਸਰੀਰ ਕਰਕੇ ਹੁੰਦੇ ਆ। ਕਈ ਵਾਰੀ ਅਸੀਂ ਮਨ ਕਰਕੇ ਹਜ਼ੂਰੀ ਦੇ ਵਿੱਚ ਨਹੀਂ ਹੁੰਦੇ, ਮਨ ਕਿਤੇ ਹੋਰ ਹੁੰਦਾ ਹੈ। ਪਰ ਮਰਦਾਨਾ ਜਿਹੜਾ ਉਹ ਗੁਰੂ ਸਾਹਿਬ ਨੂੰ ਹਾਜ਼ਰ ਹਜ਼ੂਰ ਸਮਝਦਾ ਹੈ। ਉਹ ਜੇ ਤਨ ਕਰਕੇ ਗੁਰੂ ਦੇ ਕੋਲ ਹੈ ਤੇ ਮਨ ਕਰਕੇ ਵੀ ਗੁਰੂ ਦੇ ਕੋਲ ਹੈ। ਮਰਦਾਨੇ ਨੇ ਉਹ ਸ਼ਬਦ ਪੜ੍ਹ ਦਿੱਤਾ, ਕਮਾਲੂਦੀਨ ਨੇ ਸੁਣਿਆ ਤੇ ਜਾ ਕੇ ਆਪਣੇ ਮੁਰਸ਼ਿਦ ਨੂੰ, ਆਪਣੇ ਉਸਤਾਦ ਨੂੰ ਕਹਿੰਦਾ ਹੈ, ਉਸਤਾਦ ਜੀ, ਜੰਗਲ ਦੇ ਵਿੱਚ ਇੱਕ ਮਹਾਂਪੁਰਸ਼ ਬੈਠੇ ਨੇ, ਉਹਨਾਂ ਨੇ ਇੰਨੀ ਕਮਾਲ ਦੀ ਕਲਾਮ ਗਾਈ ਨਾ, ਇੰਨਾ ਪਿਆਰਾ ਸ਼ਬਦ ਪੜ੍ਹਿਆ ਕਿ ਮੈਨੂੰ ਪੜ੍ਹ ਕੇ ਆਨੰਦ ਆ ਗਿਆ। ਤੇ ਉਹ ਕਹਿੰਦਾ ਕਿ ਉਹ ਸ਼ਬਦ ਕਿਹੜਾ ਸੀ। ਹੁਣ ਕਮਾਲੂਦੀਨ ਨੂੰ ਉਹ ਸ਼ਬਦ ਤੇ ਭੁੱਲ ਚੁੱਕਾ, ਉਹਦਾ ਭਾਵ ਅਰਥ ਯਾਦ ਹੈ। ਤੇ ਉਹ ਭਾਵ ਅਰਥ ਤੁਸੀਂ ਵੇਖੋਗੇ ਅਜੇ ਵੀ ਸਾਡੇ ਉਹੀ ਭਾਵ ਅਰਥ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਦੇ ਉੱਪਰ ਲਿਖਿਆ ਹੁੰਦਾ ਹੈ, ਪਰ ਉਹ ਸ਼ਬਦ ਗੁਰਬਾਣੀ ਦੇ ਵਿੱਚੋਂ ਨਹੀਂ ਹੈ। ਉਹ ਹੈ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਹੀਂ ਹੈ, ਇਹ ਉਸ ਜਨਮ ਸਾਖੀ ਦੇ ਵਿੱਚ ਹੈ। ਔਰ ਇਹ ਸ਼ਬਦ ਜਿਹੜਾ ਹੈ, ਇਹ ਕਮਾਲੂਦੀਨ ਨੇ ਆਪਣੇ ਮੁਰਸ਼ਿਦ ਨੂੰ ਗੁਰੂ ਨਾਨਕ ਸਾਹਿਬ ਤੋਂ ਸੁਣ ਕੇ ਦੱਸਿਆ। ਉਹ ਸਹੀ ਸ਼ਬਦਾਂ ਦੇ ਵਿੱਚ ਨਹੀਂ ਦੱਸ ਸਕਿਆ, ਪਰ ਉਸਨੇ ਅਰਥ ਸਪਸ਼ਟ ਕਰ ਦਿੱਤਾ ਕਿ ਜਿਹੜਾ ਹੀ ਮੈਂ ਕਲਾਮ ਨੂੰ, ਜਿਸ ਨੂੰ ਮੈਂ ਸੁਣ ਕੇ ਆਇਆ, ਉਸ ਦਾ ਮਤਲਬ ਹੈ ਕਿ ਇੱਕ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਣਾ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। चलो बच्चों फिर उत्थों शुरू करते हैं कि वो जिहड़ा शेख इब्राहिम का मुरीद है जाके अपने मुर्शिद नूं दसदा है कि मैं एक रहबर दे कोलों ये पवित्र कलाम सुन के आया हाँ। तो उसका मुर्शिद इब्राहिम कहता है कि मैं भी दर्शन करने ने। जेकर तुहानूं पुराणियां जन्म साखियां नूं पढ़न का मौका मिले, उहदे विच एक लैंग्वेज डिपार्टमेंट की 194 नंबर खरड़ा है, उहदे विच जिहड़ा नाम है शेख ब्रह्म है, पर असल नाम जिहड़ा उन्हां दे कुर्सीनामे दे विच है वो शेख इब्राहिम है, क्योंकि ब्रह्म नाम जिहड़ा है वो मुसलमानां दा नहीं है, उसका असल नाम शेख इब्राहिम है। वो कहता मैं भी गुरु साहब दे दीदार करना चाहुंदा। पालकी दे विच बैठा गया, मुरीदां ने पालकी चुकी, जिथे गुरु साहब बैठे सी उत्थे जाके उतारा किया।
ਉਤਰਦਿਆਂ ਹੀ ਸਾਡੀ ਜਨਮ ਸਾਖੀ ਦੇ ਸ਼ਬਦ ਨੇ ਦਸਤ ਬੋਸਾ ਜਾਂਦੇ ਹੀ ਗੁਰੂ ਨਾਨਕ ਸਾਹਿਬ ਦੇ ਹੱਥ ਚੁੰਮ ਲਏ ਤੇ ਕਹਿੰਦਾ ਹੈ ਕਿ ਬਾਬਾ ਮੈਂ ਸਵਾਲ ਕਰਨਾ ਚਾਹੁੰਦਾ। ਕੁਛ ਸਵਾਲ ਕੀਤਾ ਹੈ ਸ਼ੇਖ ਇਬਰਾਹੀਮ ਨੇ ਗੁਰੂ ਨਾਨਕ ਸਾਹਿਬ ਨੂੰ, ਜਿਹੜੇ ਫਰੀਦ ਸਾਹਿਬ ਦੇ 12ਵੇਂ ਗੱਦੀ ਨਸ਼ੀਨ ਸਨ। ਸਵਾਲ ਪਤਾ ਕੀ ਕੀਤਾ ਹੈ? ਕਹਿੰਦਾ ਕਿ ਇਸ ਇਲਾਕੇ ਦੇ ਵਿੱਚ ਮੁਸਲਮਾਨ ਵੀ ਵਸਦੇ ਨੇ, ਹਿੰਦੂ ਲੋਕ ਵੀ ਵਸਦੇ ਨੇ। ਮੁਸਲਮਾਨ ਤੌਹੀਦ ਦੀ ਗੱਲ ਕਰਦੇ ਨੇ, ਜਿਹੜੇ ਹਿੰਦੂ ਧਰਮ ਦੇ ਲੋਕ ਨੇ ਉਹ ਬਹੁਦੇਵਵਾਦ ਦੀ ਗੱਲ ਕਰਦੇ ਨੇ। ਪਰਮਾਤਮਾ ਤੇ ਇੱਕ ਹੈ, ਫਿਰ ਕਿਸ ਚੀਜ਼ ਨੂੰ ਮੰਨਣ? ਜਿਹੜੇ ਮੇਰੇ ਮੁਰੀਦ ਨੇ ਉਹ ਕਿਸ ਚੀਜ਼ ਨੂੰ ਮੰਨਣ? ਇਹ ਤਾਂ ਦੁਬਿਧਾ ਦੇ ਵਿੱਚ ਚਲੇ ਜਾਂਦੇ ਨੇ। ਉਸਨੇ ਸਵਾਲ ਕੀਤਾ ਹੈ, ਏਕੋ ਸਾਹਿਬ ਦੋਏ ਹੱਥ ਕਾਕੂ ਸੇਵੀ ਕਾਕੂ ਰੱਦ। ਜਨਮ ਸਾਖੀ ਦੇ ਵਿੱਚ ਇਸੇ ਤਰ੍ਹਾਂ ਹੈ ਕਿ ਇੱਕ ਪਰਮਾਤਮਾ ਹੈ, ਉਹਦੇ ਬਾਰੇ ਦੋ ਧਾਰਨਾਵਾਂ ਦੋ ਧਰਮਾਂ ਨੇ ਪੈਦਾ ਕੀਤੀਆਂ ਨੇ। ਇੱਕ ਧਰਮ ਕਹਿ ਰਿਹਾ ਹੈ ਕਿ ਇੱਕ ਰੱਬ ਹੈ, ਦੂਜਾ ਕਹਿ ਰਿਹਾ ਕਿ ਬਹੁਤ ਦੇਵੀ ਦੇਵਤੇ ਨੇ, ਕਿਸ ਨੂੰ ਮੰਨਿਆ ਜਾਵੇ? ਤੇ ਗੁਰੂ ਨਾਨਕ ਸਾਹਿਬ ਦਾ ਜਵਾਬ, ਏਕੋ ਸਾਹਿਬ ਏਕੋ ਹੱਦ। ਇੱਥੇ ਹਦਾਇਤ ਸ਼ਬਦ ਫਾਰਸੀ ਦੇ ਸ਼ਬਦ ਹਦਾਇਤ ਦੇ ਵਿੱਚੋਂ ਆਇਆ। ਹੱਦ ਅਸੀਂ ਲਿਮਟ ਨੂੰ ਵੀ ਕਹਿੰਦੇ ਆ, ਸਰਹੱਦ ਨੂੰ ਵੀ ਹੱਦ ਕਹਿ ਦਿੰਦੇ ਆ, ਪਰ ਇੱਥੇ ਸ਼ਬਦ ਉਸ ਦੇ ਵਿੱਚੋਂ ਆਇਆ, ਹਦਾਇਤ ਦੇ ਵਿੱਚੋਂ। ਗੁਰੂ ਸਾਹਿਬ ਕਹਿੰਦੇ ਨੇ ਏਕੋ ਸਾਹਿਬ ਏਕੋ ਹੱਦ ਏਕੋ ਸੇਵੀ ਦੂਜਾ ਰੱਦ। ਇੱਕ ਪਰਮਾਤਮਾ ਹੈ, ਉਸ ਨੂੰ ਮੰਨਣ ਦੀ ਹਦਾਇਤ ਵੀ ਇਹੀ ਹੈ ਕਿ ਇੱਕ ਨੂੰ ਮੰਨਣਾ ਹੈ, ਤੇ ਜਿਹੜਾ ਦੂਜੇ ਨੂੰ ਮੰਨਣ ਦੀ ਗੱਲ ਕਰਦਾ ਉਹਨੂੰ ਰੱਦ ਕਰ ਦਿਓ ਤੇ ਇੱਕ ਦੇ ਅੱਗੇ ਸਿਰ ਝੁਕਾ ਦਿਓ। ਫਿਰ ਉਸਨੇ ਦੂਜਾ ਸਵਾਲ ਕੀਤਾ, ਤੇ ਜਿਹੜਾ ਦੂਜਾ ਸਵਾਲ ਹੈ ਉਹ ਇੰਨਾ ਅਹਿਮ ਹੈ ਕਿ ਮੈਂ ਸੋਚਦਾ ਹੈ ਕਿ ਅੱਜ ਦਾ ਕੋਈ ਵੀ ਵਿਦਵਾਨ, ਕੋਈ ਵੀ ਸਕਾਲਰ, ਕੋਈ ਵੀ ਰੋਸ਼ਨ ਦਿਮਾਗ ਵਿਅਕਤੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਹਵਾਲੇ ਤੋਂ ਬਿਨਾਂ ਉਸ ਸ਼ਬਦ ਦਾ ਜਵਾਬ ਨਹੀਂ ਦੇ ਸਕਦਾ। ਉਹ ਕਹਿੰਦਾ ਹੈ ਕਿ ਸਾਡੇ ਧਰਮ ਦੇ ਵਿੱਚ ਜਦੋਂ ਮਾਸ ਖਾਣਾ ਹੁੰਦਾ ਜੀਵ ਨੂੰ ਹਲਾਲ ਕੀਤਾ ਜਾਂਦਾ ਹੈ, ਤੇ ਜਦੋਂ ਹਲਾਲ ਕੀਤਾ ਜਾਂਦਾ ਹੈ ਕਲਮਾ ਪੜ੍ਹਿਆ ਜਾਂਦਾ ਹੈ। ਜੇ ਜੀਵ ਨੂੰ ਕਲਮਾ ਪੜ੍ਹ ਕੇ ਹਲਾਲ ਕੀਤਾ ਜਾਵੇ ਫਿਰ ਉਸ ਦਾ ਮਾਸ ਖਾਧਾ ਜਾ ਸਕਦਾ, ਉਹ ਮਾਸ ਪਾਕ ਹੈ, ਉਹ ਹਲਾਲ ਹੈ। ਜੇਕਰ ਜੀਵ ਨੂੰ ਮਾਰਨ ਦੇ ਦੌਰਾਨ ਕਲਮਾ ਨਹੀਂ ਪੜ੍ਹਿਆ ਜਾਂਦਾ ਫਿਰ ਉਹ ਹਰਾਮ ਹੈ, ਮੁਸਲਮਾਨ ਉਹ ਮਾਸ ਨਹੀਂ ਖਾ ਸਕਦਾ। ਬੜਾ ਅਹਿਮ ਸਵਾਲ ਹੈ ਕਿ ਜੀਵ ਨੂੰ ਜਦੋਂ ਜ਼ਿਬਾ ਕੀਤਾ ਜਾਂਦਾ ਹੈ, ਹਲਾਲ ਕੀਤਾ ਜਾਂਦਾ ਹੈ, ਜੇਕਰ ਕਲਮਾ ਪੜ੍ਹਿਆ ਜਾਵੇ ਤੇ ਉਹ ਮਾਸ ਖਾਧਾ ਜਾ ਸਕਦਾ ਹੈ। ਮੌਤ ਤਾਂ ਦੋਵਾਂ ਹਾਲਾਤਾਂ ਦੇ ਵਿੱਚ ਹੁੰਦੀ ਹੈ, ਪਰ ਜੇ ਕਲਮਾ ਨਹੀਂ ਪੜ੍ਹਿਆ ਜਾਂਦਾ ਤੇ ਉਹ ਮਾਸ ਨਹੀਂ ਖਾਧਾ ਜਾ ਸਕਦਾ। ਪਰ ਕਹਿੰਦਾ ਮਨੁੱਖ ਨੂੰ ਕਿਸੇ ਵੀ ਸੂਰਤ ਦੇ ਵਿੱਚ ਹਲਾਲ ਕਰਨਾ ਤੇ ਉਹਦਾ ਮਾਸ ਖਾਣਾ ਜਾਇਜ਼ ਨਹੀਂ। ਤੇ ਉਹ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦਾ ਹੈ ਕਿ ਕੋਈ ਐਸੀ ਤਲਵਾਰ ਹੈ, ਕੋਈ ਐਸਾ ਖੰਜਰ ਹੈ, ਕੋਈ ਐਸੀ ਸ਼ਮਸ਼ੀਰ ਹੈ ਕਿ ਇਨਸਾਨ ਨੂੰ ਹਲਾਲ ਕੀਤਾ ਜਾਵੇ, ਬੰਦੇ ਨੂੰ ਕੱਟਿਆ ਜਾਵੇ, ਬੰਦੇ ਨੂੰ ਕੱਟਿਆ ਜਾਵੇ, ਬੰਦੇ ਨੂੰ ਹਲਾਲ ਕੀਤਾ ਜਾਵੇ, ਉਹਦੇ ਜਿਸਮ ਚੋਂ ਖੂਨ ਵੀ ਵਗੇ, ਪਰ ਉਹ ਕਤਲ ਹਰਾਮ ਨਾ ਹੋਵੇ, ਹਲਾਲ ਹੋਵੇ। ਕਿੱਡਾ ਅਹਿਮ ਸਵਾਲ ਹੈ। ਇਨਸਾਨ ਨੂੰ ਕਤਲ ਕੀਤਾ ਜਾਵੇ, ਉਹਦਾ ਜਿਹੜਾ ਹਲਾਲ ਕੀਤਾ ਜਾਵੇ, ਕਲਮਾ ਕਿਹੜਾ ਪੜ੍ਹਿਆ ਜਾਵੇ, ਕਿਹੜੀ ਤਲਵਾਰ ਨਾਲ ਕੀਤਾ ਜਾਵੇ ਕਿ ਉਹ ਜਿਹੜਾ ਕਤਲ ਹੈ ਉਹ ਹਰਾਮ ਨਾ ਹੋਵੇ ਤੇ ਸਰੀਰ ਦੇ ਵਿੱਚੋਂ ਲਹੂ ਵੀ ਨਿਕਲੇ। ਤੇ ਗੁਰੂ ਨਾਨਕ ਸਾਹਿਬ ਨੇ ਮਹੱਲਾ ਪਹਿਲਾ ਦੇ ਵਿੱਚ ਉਸ ਨੂੰ ਜਵਾਬ ਦਿੱਤਾ, ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਸ਼ੇਖ ਜੀ ਕਹਿ ਕੇ ਉਸ ਨੂੰ ਸੰਬੋਧਿਤ ਕੀਤਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਬਿਲਕੁਲ ਇਨਸਾਨ ਨੂੰ ਹਲਾਲ ਕੀਤਾ ਜਾ ਸਕਦਾ ਹੈ, ਉਹਦੇ ਵਿੱਚੋਂ ਖੂਨ ਵੀ ਨਿਕਲੇਗਾ, ਤਲਵਾਰ ਵੀ ਵਰਤੀ ਜਾਵੇਗੀ, ਪਰ ਉਹ ਕਿਹੜੀ? ਗੁਰੂ ਸਾਹਿਬ ਕਹਿੰਦੇ ਨੇ ਸੱਚ ਕੀ ਕਾਤੀ ਸੱਚ ਸਭ ਸਾਰ। ਸਾਰ ਕਿਹਾ ਜਾਂਦਾ ਲੋਹੇ ਨੂੰ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਸੱਚ ਦਾ ਲੋਹਾ ਲੈ ਲਓ ਤੇ ਸੱਚ ਦੀ ਤਲਵਾਰ ਤਿਆਰ ਕਰੋ। ਘਾੜਤ ਤਿਸਕੀ ਅਪਰ ਅਪਾਰ। ਬੜੇ ਪਿਆਰ ਦੇ ਨਾਲ ਸੱਚ ਦੀ ਜਿਹੜੀ ਇੱਕ ਤਲਵਾਰ ਹੈ ਉਹ ਤਿਆਰ ਕਰੋ, ਜਿਹਦਾ ਲੋਹਾ ਵੀ ਸੱਚ ਦਾ ਹੋਵੇ। ਫਿਰ ਜਦੋਂ ਤੁਸੀਂ ਤਲਵਾਰ ਤਿਆਰ ਕਰ ਲਵੋਗੇ ਉਸ ਨੂੰ ਤਿੱਖੀ ਵੀ ਕਰਨਾ ਪਵੇਗਾ। ਫਿਰ ਗੁਰੂ ਸਾਹਿਬ ਕਹਿੰਦੇ ਸ਼ਬਦੇ ਸਾਣ ਰਖਾਈ ਲਾਏ। ਫਿਰ ਸ਼ਬਦ ਦੀ ਸਾਣ ਦੇ ਨਾਲ ਉਸ ਨੂੰ ਤਿੱਖਿਆ ਕਰੋ। ਤੁਸੀਂ ਤਲਵਾਰ ਤਿੱਖੀ ਵੀ ਕਰ ਲਈ, ਫਿਰ ਉਸ ਦੇ ਵਾਸਤੇ ਮਿਆਨ ਚਾਹੀਦਾ। ਮੁਲਤਾਨੀ ਭਾਸ਼ਾ ਦੇ ਵਿੱਚ ਮਿਆਨ ਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਥੈਕਾ। ਗੁਰੂ ਸਾਹਿਬ ਕਹਿੰਦੇ ਗੁਣ ਕੇ ਥੈਕੇ ਵਿੱਚ ਸਮਾਏ। ਫਿਰ ਉਸ ਸ਼ਬਦ ਦੀ ਤਲਵਾਰ ਨੂੰ ਗੁਣਾਂ ਦੇ ਮਿਆਨ ਦੇ ਵਿੱਚ ਪਾ ਲਓ। ਇਸ ਦਾ ਮਤਲਬ ਕਿ ਐਵੇਂ ਨਹੀਂ ਕਿ ਹਰ ਇੱਕ ਦੇ ਉੱਪਰ ਹੀ ਉਸ ਦਾ ਵਾਰ ਕਰਨਾ ਪੈਣਾ, ਉਹਨੂੰ ਗੁਣਾਂ ਦੀ ਅਧੀਨਗੀ ਦੇ ਵਿੱਚ ਰੱਖੋ। ਫਿਰ ਤਿਸਕਾ ਕੁੱਠਾ ਹੋਵੇ ਸ਼ੇਖ।
फिर उस शब्द की तलवार का वार करके वेखो, लब लहू निकत्था वेख, मनुख के शरीर के विचों विकारां दा लहू निकल जाएगा और ये जड़ा कतल है हलाल होगा। इसका मतलब कि शब्द की तलवार के नाल व्यक्ति कतल किया जा सकता है। शब्द की तलवार कितनी अहमियत है। व्यक्ति को कतल किया जा सकता है, शरीर चों विकारां दा लहू निकल जाता है तो इंसान हलाल हो जाता है, भाव पवित्र हो जाता है, पाक हो जाता है, सुच्चा हो जाता है। तो गुरु नानक साहब ने करके दसिया जिंदगी दे विच। सज्जन के उपर गुरु नानक साहब ने शब्द की तलवार का वार किया। सज्जन के कोल तां लोहे दीयां तलवारां सी। सज्जन ठग का नाम तो तुसीं सारिआं सुनिया होवेगा। लोकां नूं अपने घर दे विच शरण दिंदा सी, कतल कर दिंदा सी, माल असबाब लुट लैंदा सी। ते सज्जन बंदे नूं कतल दे करन दे वास्ते की वरतदा सी? लोहे की तलवार। ते उस दी तलवार नहीं चल सकी शब्द की तलवार दे के। ते गुरु नानक साहब ने उन्होंने शब्द की तलवार की वरतों के नाल सज्जन ठग तो भाई सज्जन बना दिता। शब्द की तलवार सिर्फ इन्नी क वरती कि उसके शब्द की परिभाषा दस दी, नाम की परिभाषा की सी? सज्जन सही नाल मैं चलदियां नाल चलन, जिथे लेखा मंगीए तिथे खड़े दिसन। वो सज्जना, सज्जन तो वो हुंदे ने जिहड़े साथ ही नहीं छड्डदे। तू किवें दा सज्जन है कि तू सज्जनताई दे पर्दे विच घर दे विच लोकां नूं पनाह दिंदा है ते फिर सज्जनताई दे पर्दे हेठ ही लुट के कतल कर दिंदा है। तू किवें दा सज्जन है? तू ते अपने नाम दे नाल ही इंसाफ नहीं कर रहा। उही सज्जन जिहड़ा है ठग तो भाई सज्जन बन जाता है, क्योंकि गुरु साहब ने शब्द का वार किया है। वो जिहड़ा ज्ञान है वो तुहाडे कोल चाहीदा है। अखरां दे नाल बहुत कुछ सीखिया जा सकता। जिन्ना भी कुछ असीं सिੱਖਦੇ हैं ना, चाहे सुन के जां बोल के, ਉਹਦਾ आधार अखर ही है। तुसीं जपजी साहिब पढ़ते ना, अखरी ज्ञान गीत गुण गा। जिन्नी भी प्राप्ति है वो तुहानूं अखरां दे विचों ही होनी है। ते जेकर इन्हां शब्दां नूं, इन्हां अखरां नूं अपने उस्ताद जां टीचर साहिबान दे कोलों तुसीं कंसनट्रेशन ऑफ माइंड दे नाल अपनी मानसिकता दे विच हाज़र और हजूरी दे शब्द नूं समझदे होए कि जे तुसीं तन करके क्लास दे विच हाज़र हो ते मन करके अपने उस्ताद की हजूरी दे विच भी हो, तो सब कुछ सीखा जा सकता है। वक्त मैं थोड़ा जिहा उपर लै गया, खिमा दा जाचक है। इन्नियां बेनतियां प्रवान फतेह दी सांझ प्यार सहित आखिओ। वाहिगुरू जी का खालसा, वाहिगुरू जी फतेह।